ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ। इस प्रोग्राम ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਤੇ ਡਿਸਕਸ ਕੀਤਾ ਜਾਂਦਾ ਹੈ ਕਿ ਆਖਿਰ ਮਸਲੇ ਕਿਉਂ ਹੋਏ ਤੇ ਲੋਕਾਂ ਦਾ ਕੀ ਕੁਝ ਕਹਿਣਾ ਹੈ। ਪ੍ਰੋਗਰਾਮ ਤੁਸੀਂ ਫੇਸਬੁੱਕ ਤੇ YouTube ਪੇਜ ਤੇ ਦੇਖਦੇ ਹੋ ਤੇ ਲਾਈਕ ਕਰੋ ਫੇਸਬੁੱਕ ਪੇਜ ਪੰਜਾਬ ਟੁਡੇ ਦਾ ਤੇ YouTube ਪੇਜ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਦੋ ਨੰਬਰ ਫਲੈਸ਼ ਹੋ ਰਿਹਾ ਕਿ ਇੰਡੀਆ ਦਾ ਨੰਬਰ ਹੈ ਕਿ US ਦਾ ਨੰਬਰ ਹੈ। ਦੋਨੋਂ ਨੰਬਰਸ ਤੇ ਕਾਲ ਕਰ ਸਕਦੇ ਹੋ ਤੇ ਦੋਨੋਂ ਨੰਬਰ ਤੇ ਤੁਸੀਂ ਆਪਣੀ ਰਾਏ ਤੇ ਸੁਝਾਅ ਦੇ ਸਕਦੇ ਹੋ। ਅੱਜ ਦੇ ਮੁੱਦੇ ਦੀ ਗੱਲ ਕਰੀਏ ਤੇ ਅੱਜ ਜਿਹੜਾ ਇੱਕ ਵਾਰ ਫਿਰ ਤੋਂ ਚੱਕਾ ਜਾਮ ਰਿਹਾ ਪੰਜਾਬ ਦੇ ਵਿੱਚ 18 ਜਿਹੜੇ ਡਿਪੂ ਨੇ ਬੱਸਾਂ ਦੇ ਉਹ ਬੰਦ ਰਹੇ ਜਿਸ ਕਰਕੇ ਲੋਕਾਂ ਨੂੰ ਖਾਸਾ ਪਰੇਸ਼ਾਨੀ ਹੋਈ, ਖਾਸਕਰ ਆਮ ਜਨਤਾ ਕਿਉਂਕਿ ਬੱਸਾਂ ਰਾਹੀਂ ਟਰੈਵਲ ਕਰਦੀ ਹੈ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏ। ਤੁਹਾਨੂੰ ਪਹਿਲੇ ਇੱਕ ਰਿਪੋਰਟ ਦਿਖਾਉਂਦੇ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਕਰਦੇ ਕਿ ਆਖਿਰ ਲੋਕਾਂ ਦਾ ਕੀ ਕੁਝ ਕਹਿਣਾ ਸੀਗਾ। ਮਰਾਦ ਵਾਲੋ ਮੁਕਤਸਰ ਬੱਸ ਅੱਡੇ ਤੇ ਖੜੇ ਹੋ ਤੁਸੀਂ? ਹਾਂਜੀ ਹਾਂ ਹਾਂਜੀ ਹਾਂਜੀ ਕਿੰਨੀ ਕਿ ਖੱਜਲ ਖੁਆਰੀ ਹੋ ਰਹੀ ਹੈ? ਹਾਂਜੀ ਭੋਗ ਤੇ ਪਹੁੰਚਣਾ ਸੀ। ਹਾਂਜੀ ਹਾਂਜੀ ਅਸੀਂ ਫਿਰੋਜ਼ਪੁਰ ਜਾਣਾ ਜੀ। ਮੁਸ਼ਕਲ ਆ ਰਹੀ ਹੈ? ਤੇ ਮੁਸ਼ਕਲ ਆ ਰਹੀ, ਹਾਂ ਮੁਸ਼ਕਲ ਆ ਰਹੀ, ਹਾਂਜੀ ਬਹੁਤ ਮੁਸ਼ਕਲ ਆਈ ਪਈ ਹੈ। ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਜੇ ਬੱਸਾਂ ਜਾਣ ਤੇ ਅਸੀਂ ਪਹੁੰਚ ਗਏ। ਹਾਂਜੀ ਅਸੀਂ ਤਾਂ ਹੀ ਨੇ ਸਰਕਾਰ ਵੀ ਪੈਸੇ ਧੇਲੇ ਦਾ ਹਾਂਜੀ नहीं बिल्कुल नहीं ध्यान दे रही है साड़ी सरकार, क्योंकि तुहानूं पता होगा पिछे हड़ताल हुई सी। उस हड़ताल वेले मानयोग प्रमुख सकत्तरी नाल मीटिंग हुई सी जिंदे विच इन्हां ने एक लिखती चिट्ठी कड्ढी सीगी भी इन्हां दी मंगां सानूं प्रवान है। इन्हां दी मीटिंग 20 तरीक नूं ट्रांसपोर्ट मंत्री नाल ते 12 तरीक नूं मानयोग मुख मंत्री नाल हैगी जिहदे च इन्हां हल कीता जाऊगा, पर वो दोनों मीटिंगां पोस्टपोन कर दियां गईयां, कोई मीटिंगां नहीं कीतियां गईयां। उस तो इलावा कल नूं इन्हां ने नवीं 28 ड्राइवर भर्ती करके हरेक डिपू 'च 2-2 ड्राइवर ज्वाइन कराने की कोशिश की गई है, जो सरेआम आम जनता नाल धक्का, साडे नाल धक्की आम जनता नाल धक्का है। वो इस करके जी तुहानूं दस दईए आधार कार्ड ते फ्री सफर है। सवारी जिथे 50 सवारी गड्डी 'च हुंदी सी अज वो 150 सवारी हुंदी है। जे कल नूं कोई दुर्घटना हो जाती है तो उनकी जिम्मेवारी कौन लऊगा जी? जे सरकार नूं कहीए तो वो जगह चक दिंदी मैं तो जिम्मेवारी भर्ती नहीं कीते। जे डायरैक्टर नूं कहीए भी दसो जी तुसीं जिम्मेवारी लैंदे हो तो वो भी कहंदी मैं तो कीते नहीं। फिर जे कीते नहीं तुसीं तो ड्राइवर आए कित्थों? इस करके सरेआम पंजाब की जनता नाल खिलवाड़ करदे उन्हां दी जानां नाल ते जिहड़ी साडी पक्के दी मंग सीगी ਉਹਤੇ कोई विचार नहीं कर रही सरकार, नहीं कोई फैसला कर रही है। सरकार जानबूझ के नुकसान करा रही है, हड़ताल मुजाहरे करा रही है। इहदे च मैनेजमेंट और सरकार मिल के सहायता यही चाहते भी साडी सरकार बनी क्यों है, ये डिगनी चाहिए है। वो डिगन की कोशिश वो आप ही कर रहे हैं, इसके बारी बारी ये धरने मुजाहरे करा रहे हैं, लोगों का नुकसान करा रहे हैं। मैं कहना डायरैक्टर तो IAS अफसर होंदा, जे मन्नू डायरैक्टर की पोस्ट मिल जाए ना, मैं +2 पढ़िया तो मैं 10 मिनटां 'ਚ हल कर सकदा। मंगां कोई वड्डी मंग नहीं है। मान लो 28 ड्राइवर तुसीं भर्ती कराउणे, उन्होंने प्रॉपर ट्रेनिंग तो भेजो, तो टैसट लो, उन्होंने टैसट पास करो, उन्होंने ट्रेनिंग दो, फिर भेजो। लोगों ने खिलवाड़ जाना खिलवाड़ तो ना हो। दूजी गल रहेगी भी ਜਿਹੜੇ ਬੰਦਿਆਂ ਨੇ ਕਹਿੰਦੇ ਆ ਵੀ ਇਹ ਬਲੈਕ ਲਿਸਟ ਕਰਦੇ ਅਸੀਂ ਜਾਂ ਚੋਰੀ ਕਰਦੇ ਆ, ਸਾਡੇ ਡਾਇਰੈਕਟਰ ਸਾਹਿਬ 95 ਲੱਖ ਰੁਪਏ 'ਚ ਫੜੇ ਗਏ ਆ, ਜਿਹੜੇ GM 10-10 ਹਜ਼ਾਰ 'ਚ ਫੜੇ ਗਏ ਆ, ਉਹ ਤਾਂ ਬਲੈਕ ਲਿਸਟ ਹੋਏ ਨਹੀਂ, ਉਹ ਤਾਂ ਦੀ ਡਿਊਟੀ ਲੈ ਲੈਣ ਨਾਲ ਦੀ ਨਾਲ ਹੀ। ਜਿਹੜੇ ਪੱਕੇ ਡਰਾਈਵਰ ਉਹ 100 ਲੀਟਰ 'ਚ ਫੜੇ ਗਏ ਫਿਰੋਜ਼ਪੁਰ ਆਏ ਤੇ ਆ, ਉਹਨਾਂ ਨੂੰ ਤੁਸੀਂ ਡਿਊਟੀ ਤੇ ਲੈ ਲਿਆ ਗਿਆ। ਜਿਹੜੇ ਸਾਡੇ 20 ਲੀਟਰ 'ਚ ਕੋਈ ਡਰਾਈਵਰ ਫੜਿਆ ਜਾਂਦਾ ਜੋ ਆਪਦਾ ਘਰ ਚਲਾਉਣ ਪਿੱਛੇ ਲੱਗਿਆ ਪਿਆ, ਅਸੀਂ ਸਰਕਾਰ ਦੇ ਪੱਕੇ ਮੰਗ ਕਿਉਂ ਕਰਦੇ? ਉਹਦਾ ਕਾਰਨ ਇਹੀ ਹੈ ਵੀ ਸਾਡੇ ਡਰਾਈਵਰ ਨੂੰ ਤੁਸੀਂ 15,000 ਰੁਪਈਆ ਦਿੰਦੇ ਹੋ, 15,000 'ਚ ਉਹਨੇ ਰੋਟੀ ਵੀ ਖਾਣੀ ਹੈ, ਚਾਹ ਵੀ ਪੀਣੀ ਹੈ, ਨਾਈਟ ਵੀ ਬਾਹਰ ਲਾਉਣੀ ਹੈ, ਤੇ ਉਹ ਘਰ ਕਿਵੇਂ ਚਲਾਵੇ ਜਦੋਂ ਉਹਦਾ ਘਰ ਨਹੀਂ ਚੱਲਦਾ ਤੇ ਉਹਦੇ ਘਰ ਚਲਾਉਣ ਵਾਸਤੇ ਹੱਥ ਪੈਰ ਮਾਰਦਾ ਹੈ। ਜੇ ਉੱਤੋਂ ਇੱਕ ਗਲਤੀ ਹੋ ਗਈ ਕੋਈ 10 ਸਾਲਾਂ 'ਚ ਉਹਨੂੰ ਤੁਸੀਂ ਬਲੈਕ ਲਿਸਟ ਕਰਦਾ, ਉਹਦਾ ਘਰ ਤਾਂ ਉਜਾੜਦਾ, ਉਹਨੂੰ ਤੁਸੀਂ ਕੋਈ ਮੌਕਾ ਨਹੀਂ ਦੇ ਰਹੇ ਹੋ। ਤੇ ਜਿੰਨਾ ਤੁਹਾਨੂੰ 1.5 ਲੱਖ ਰੁਪਈਆ ਕਰਪਸ਼ਨ 'ਚ ਦੇਦਾ ਉਹਦੀ ਧੱਕੇ ਨਾਲ ਜੁਆਇਨ ਕਰਾਉਣ ਜਾ ਰਹੇ, ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਵੀ ਨਹੀਂ ਕਰ ਰਹੇ। ਇਹ ਗਲਤ ਫੈਸਲਾ ਸਰਕਾਰ ਦਾ। ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ। ਪਹਿਲਾਂ ਗੱਡੀਆਂ ਚਲਵਾਉਣ, ਜਿਹੜੇ ਬੰਦਿਆਂ ਤੋਂ ਗਲਤੀ ਹੋਈ ਉਹਨਾਂ ਨੂੰ ਜੁਰਮਾਨਾ ਕਰ ਦਿਓ। ਮੈਂ ਨਹੀਂ ਕਹਿੰਦਾ ਫਰੀ ਕਰੋ, ਉਹਨਾਂ ਨੇ ਗਲਤੀ ਕੀਤੀ 20 ਲੀਟਰ ਤੋਂ ਡੀਜ਼ਲ ਕੱਢਿਆ 2,000 ਰੁਪਏ ਦਾ, 2,000 ਦਾ 50 ਗੁਣਾ ਜੁਰਮਾਨਾ ਲੱਖ ਰੁਪਈਆ ਬਣਦਾ। ਜੇ ਮੰਨ ਲਓ 100 ਬੰਦਿਆਂ ਨੂੰ ਲੱਖ ਰੁਪਈਆ ਕਰੋ, ਕਰੋੜ ਰੁਪਈਆ ਸਰਕਾਰ ਦੇ ਖਾਤੇ ਜਮ੍ਹਾਂ ਹੁੰਦਾ। ਉਹ ਕਿਉਂ ਨਹੀਂ ਸਰਕਾਰ ਜਮ੍ਹਾਂ ਕਰ ਰਹੀ? क्योंकि सरकार ने सरकार डिपार्टमेंट नहीं चलाना, सरकार सजाने सरकारी खजाने से पैसे नहीं लियाने, सरकार ने पर्सनल जेब से पैसे लेने हैं। इस करके प्राइवेट भर्ती करके बारी बारी जो ड्राइवर ले जा रहे हैं या कंडक्टर ले जा रहे हैं। बिल्कुल जी, पंजाब सरकार बिल्कुल भी ध्यान नहीं दे रही, सगों वोटां लैण तो पहला ਸਾਡੇ ਨਾਲ ਕੀ ਆਮ ਪਬਲਿਕ ਨਾਲ ਵੀ ਵੱਡੇ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਵਿਭਾਗ ਦੇ ਵਿੱਚ ਜਿਹੜੀ ਠੇਕੇਦਾਰੀ ਸਿਸਟਮ ਆਊਟਸੋਰਸ ਦੀ ਭਰਤੀ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ। ਇਸ ਦੇ ਉਲਟ ਟਰਾਂਸਪੋਰਟ ਵਿਭਾਗ ਦੇ ਵਿੱਚ ਕੱਲ੍ਹ ਪਰਸੋਂ 28 ਡਰਾਈਵਰ ਪੈਰਾਸ਼ੂਟ ਰਾਹੀਂ ਤਾਰੇ ਆ, ਜਿਹਦੇ ਤੇ ਵੱਡੀ ਕਰਪਸ਼ਨ ਦਾ ਜਿਹੜਾ ਸ਼ੱਕ ਆ। ਜਥੇਬੰਦੀ ਕੋਲੇ ਕੋਈ ਸਬੂਤ ਵੀ ਹੈਗੇ ਆ। ਵੱਡੀ ਕਰਪਸ਼ਨ ਕੀਤੀ ਆ ਟਰਾਂਸਪੋਰਟ ਡਾਇਰੈਕਟਰ ਨੇ, ਟਰਾਂਸਪੋਰਟ ਮੰਤਰੀ ਜੀ ਨੇ ਰਲ ਕੇ ਕੀਤੀ ਆ, ਜਿਹਦੇ ਵਿੱਚ ਉਹ ਡਰਾਈਵਰਾਂ ਦਾ ਜਿਹੜੇ 28 ਡਰਾਈਵਰ ਭਰਤੀ ਵਾਸਤੇ ਭੇਜੇ ਆ ਉਹਨਾਂ ਡਰਾਈਵਰਾਂ ਦਾ ਕੋਈ ਵੀ ਪ੍ਰੈਕਟੀਕਲ ਟੈਸਟ ਵੀ ਨਹੀਂ ਲਿਆ, ਜਿਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਬੱਸਾਂ 'ਚ ਸਰਕਾਰੀ ਸਫ਼ਰ ਕਰਦੇ ਆ ਉਹਨਾਂ ਦੀ ਜਾਨ ਵੀ ਜਿਹੜੀ ਸਿੱਧੇ ਰੂਪ ਦੇ ਵਿੱਚ ਜੋਖਮ ਦੇ ਵਿੱਚ ਪਾਈ ਹੈ। ਇਹਨਾਂ ਮੰਗਾਂ ਨੂੰ ਲੈ ਕੇ, ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੰਡੀਸ਼ਨਾਂ ਲਾ ਕੇ ਕੱਢੇ ਸਾਥੀ
ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਇੱਕ ਪਿਛਲੇ ਦਿਨੀ ਹੜਤਾਲ ਕੀਤੀ ਸੀ। ਬਟਾਲੇ ਵਾਲੇ ਸਾਥੀ ਦੀ ਇੱਕ ਨਜਾਇਜ਼ ਰਿਪੋਰਟ ਕਰਤੀ ਸੀ। ਉਹ ਸਾਥੀ ਦੀ ਇਨਕੁਆਇਰੀ ਹੈ ਜਿਹੜੀ ਵਿਰੁੱਧ ਜਾਣਬੁੱਝ ਕੇ ਵਿਭਾਗ ਨੇ ਕਰਕੇ ਉਹਨੂੰ ਫਾਰਗ ਕਰਤਾ ਡਿਊਟੀ ਤੋਂ। ਇਹੋ ਜਿਹੀਆਂ ਮੰਗਾਂ ਨੂੰ ਲੈ ਕੇ ਜਿਹੜੇ ਅਸੀਂ ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰ ਯੂਨੀਅਨ ਆ ਜਿਹੜੀ ਉਹ ਸੰਘਰਸ਼ 'ਤੇ ਆ। ਅੱਜ ਮੁੱਖ ਮੰਤਰੀ ਜੀ ਦੇ ਪ੍ਰਿੰਸੀਪਲ ਸਕੱਤਰ ਨਾਲ ਸ਼ਾਮ ਦੀ 4 ਵਜੇ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ। ਸਾਨੂੰ ਉਮੀਦ ਹੈ ਕਿ ਉਹ ਸਾਡੀ ਮੀਟਿੰਗ ਦੇ ਵਿੱਚ ਸਾਡੀਆਂ ਮੰਗਾਂ ਦਾ ਜਿਹੜਾ ਸਾਰਥਕ ਹੱਲ ਕੱਢਣਗੇ। ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕੱਲ੍ਹ ਤੋਂ ਹੀ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ। ਤੁਸੀਂ ਸਰਕਾਰ ਦੇ ਫੈਸਲੇ ਨੂੰ ਕਿਹੋ ਜਿਹਾ ਲੈਂਦੇ ਹੋ ਕਿ ਪ੍ਰਾਈਵੇਟ ਬੱਸਾਂ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਮਤਲਬ ਐਂਟਰ ਨਹੀਂ ਕਰਨ? ਅਸੀਂ ਫੈਸਲਾ ਬਹੁਤ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ, ਪਰ ਸਾਨੂੰ ਕਿਤੇ ਨਾ ਕਿਤੇ ਮਿਲੀ ਭੁਗਤ ਜਿਹੜੀ ਸਰਕਾਰ ਦੀ ਉਹ ਨਜ਼ਰ ਆ ਰਹੀ ਹੈ। ਕਿਉਂਕਿ ਫੈਸਲਾ ਆ ਗਿਆ, ਨੋਟੀਫਿਕੇਸ਼ਨ ਹੋ ਗਿਆ, ਪਰ ਉਹਦੇ 'ਤੇ ਹਜੇ ਤੱਕ ਜਿਹੜਾ ਅਮਲ ਨਹੀਂ ਹੋਇਆ। ਸਰਕਾਰ ਨੂੰ ਇੱਕ ਅਨਲੀਗਲ ਪਰਮਿਟ ਆ, ਜਿਹੜੇ CP ਪਰਮਿਟ ਆ, ਕਲੱਬ ਕੀਤੇ ਜਿਹੜੇ ਵੱਧ ਐਕਸਟੈਂਸ਼ਨ ਵਾਲੇ ਪਰਮਿਟ ਆ, ਉਹਨਾਂ 'ਤੇ ਸਟੇ ਬੜੇ ਮਹੀਨਿਆਂ ਤੋਂ ਨਹੀਂ ਮਿਲਿਆ। ਤੇ ਸਰਕਾਰ ਦੇ ਇਸ ਫੈਸਲੇ 'ਤੇ ਉਹਨਾਂ ਨੇ 22 ਤਰੀਕ ਤੱਕ ਜਿਹੜਾ ਕੋਰਟ ਨੇ ਸਟੇ ਵੀ ਦੇ ਦਿੱਤਾ। ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆ ਟਰਾਂਸਪੋਰਟ ਮੰਤਰੀ ਜੀ ਦੀ ਇਹ ਕਾਰਗੁਜ਼ਾਰੀ, ਪਰ ਸਵਾਗਤ ਹੈ ਜੇ ਇਹ ਫੈਸਲਾ ਲਾਗੂ ਕਰਦੀ ਹੈ ਸਰਕਾਰ, ਸਖਤੀ ਨਾਲ ਲਾਗੂ ਕਰੇ। ਪ੍ਰਾਈਵੇਟ ਇਹ ਪੰਜਾਬ ਦਾ ਘਾਣ ਹੈ ਜੇ ਪ੍ਰਾਈਵੇਟ ਬੱਸਾਂ ਦੇ ਰੂਪ ਦੇ ਵਿੱਚ ਨਿੱਜੀ ਘਰਾਣਿਆਂ ਨੂੰ ਲੁੱਟ ਦਾ ਇੱਕ ਜ਼ਰੀਆ ਦਿੱਤਾ ਸੀ ਪਿਛਲੀਆਂ ਸਰਕਾਰਾਂ ਨੇ, ਇਹ ਬੰਦ ਹੋਣਾ ਚਾਹੀਦਾ ਹੈ। ਰਵਿੰਦਰ ਕੌਰ, ਮੈਂ ਸਟੂਡੈਂਟ ਹਾਂ। ਮੈਂ ਮਲੋਟ ਜਾਣਾ ਹੈ ਮੁਕਤਸਰ ਤੋਂ, ਤੇ ਸਵੇਰ ਮੈਂ ਆਈ ਸੀ ਇੱਥੇ ਆਪਣੇ ਸਕੂਲ ਤੇ, ਹੁਣ ਮੈਂ ਵਾਪਸ ਜਾਣਾ ਹੈ। ਤੇ ਸਵੇਰ ਤਾਂ ਬੱਸਾਂ ਚੱਲ ਰਹੀਆਂ ਸੀ, ਹੁਣ ਇੱਥੇ ਧਰਨਾ ਲਗਾ ਕੇ ਬੈਠ ਗਿਆ। ਪ੍ਰਾਈਵੇਟ ਬੱਸਾਂ ਵੀ ਆ ਰਹੀਆਂ, ਪਰ ਸਰਕਾਰੀ ਬੱਸ ਉੱਥੇ ਅੱਡੇ 'ਚ ਨਹੀਂ ਜਾ ਰਹੀਆਂ, ਮਤਲਬ ਬਾਹਰ ਖੜੀਆਂ ਸਾਰੀਆਂ ਬੱਸਾਂ। ਬਾਹਰ ਬੱਸਾਂ 'ਚ ਕੋਈ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਬੱਸ ਕਿੱਧਰ ਜਾ ਰਹੀ ਹੈ। ਇਸ ਲਈ ਇਹ ਵੀ ਜਾਂ ਧਰਨਾ ਲਾਉਣਾ ਵੀ ਹੈ ਤਾਂ ਇੱਕ ਜਗ੍ਹਾ ਖੜ ਕੇ ਜਾਂ ਮਤਲਬ ਵਧੀਆ ਢੰਗ ਨਾਲ ਕਰਨ ਆਪਦਾ ਪ੍ਰਦਰਸ਼ਨ। ਉਹ ਵਾਰ-ਵਾਰ ਕਦੇ ਇੱਧਰ ਕਦੇ ਉੱਧਰ ਜਾ ਕੇ ਧਰਨਾ ਲਾਉਂਦੇ, ਇਹਦੇ ਨਾਲ ਸਾਰਾ ਮਤਲਬ ਹੁਣ ਕਿੰਨਾ ਸਾਨੂੰ ਤਕਲੀਫ ਹੋ ਰਹੀ ਵੀ ਅਸੀਂ ਮਲੋਟ ਜਾਣਾ, ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਿਹੜੀ ਬੱਸ 'ਤੇ ਜਾਣਾ। ਮੈਨੂੰ ਇੱਥੇ ਘੰਟਾ ਹੋ ਚੱਲਿਆ ਖੜਿਆਂ ਨੂੰ, ਵੀ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਵੀ ਹੁਣ ਪ੍ਰਾਈਵੇਟ ਬੱਸਾਂ ਚੱਲ ਤਾਂ ਰਹੀਆਂ ਨੇ, ਪਰ ਪਤਾ ਨਹੀਂ ਵੀ ਕਿਹੜੀ ਬੱਸ ਕਦੋਂ ਆ ਰਹੀ ਹੈ, ਕਿਉਂਕਿ ਟਾਈਮਿੰਗ ਵਗੈਰਾ ਦਾ ਕੁਝ ਨਹੀਂ ਪਤਾ। ਹਾਂਜੀ ਹਾਂਜੀ, ਕੀ ਨਾਮ ਜੀ ਆਪਣਾ? ਜੀ ਮੇਰਾ ਨਾਮ ਗੁਰਪ੍ਰਕਾਸ਼ ਸਿੰਘ ਜੀ, ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰ ਯੂਨੀਅਨ ਜਲੰਧਰ 1 ਤੋਂ ਬਤੌਰ ਚੇਅਰਮੈਨ। ਕੀ ਕਾਰਨ ਹੈ ਜੀ ਜਿਹੜਾ ਧਰਨਾ ਲਗਾਇਆ ਗਿਆ ਤੁਹਾਡੇ ਵੱਲੋਂ? ਅੱਜ ਦਾ ਜੋ ਕਾਰਨ ਆ, ਅੱਜ ਦੀ ਜਿਹੜੀ ਬੰਦ ਦੀ ਕਾਲ ਆ, 28 ਡਰਾਈਵਰ ਜਿਹੜੇ ਆ ਸਰਕਾਰ ਮਹਿਕਮੇ ਨੇ ਨਾ ਭਰਤੀ ਕਰਕੇ ਡਿਪੂਆਂ 'ਚ ਭੇਜਣੇ ਸ਼ੁਰੂ ਕਰ ਦਿੱਤੇ ਆ, ਜੋ ਕਿ ਉਹਨਾਂ ਦੇ ਅਨਟ੍ਰੇਨਡ ਬੰਦੇ ਆ। ਉਹਨਾਂ ਨਾ ਕੋਈ ਟ੍ਰੇਨਿੰਗ ਲਗਾਈ ਗਈ ਹੈ ਤੇ ਨਾ ਉਹਨਾਂ ਦਾ ਕੋਈ ਡਾਕੂਮੈਂਟ ਕਲੀਅਰ ਕੀਤੇ ਗਏ ਆ। ਔਰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਦੀ ਘੱਟ ਊਰਜਾ 9100 ਰੁਪਏ ਤੇ ਉਹਨਾਂ ਨੂੰ ਭਰਤੀ ਕਰਕੇ ਉਹਨਾਂ ਨੂੰ ਡਿਪੂ ਤੇ ਭੇਜਿਆ ਜਾ ਰਿਹਾ, ਜੋ ਕਿ ਸਰਾਸਰ ਧੱਕਾ ਹੋ ਰਿਹਾ। ਕਿਉਂਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਦਾ ਜਿੰਨਾ ਸਮਾਂ ਚੱਲ ਰਿਹਾ, ਸਾਡੀ ਇਹ ਮੰਗ ਆ ਕਿ ਜਿੰਨੀ ਤਨਖਾਹ ਅਸੀਂ ਲੈ ਰਹੇ ਹਾਂ ਉਨੀ ਤਨਖਾਹ ਦੇ ਉੱਤੇ ਉਹਨਾਂ ਨੂੰ ਰੈਗੂਲਰ ਕਰਾਇਆ ਜਾਵੇ, ਉਹਨਾਂ ਨੂੰ ਜੁਆਇਨਿੰਗ ਕਰਾਇਆ ਜਾਵੇ, ਘੱਟ ਤਨਖਾਹ ਦੇ ਨਾ ਕਰਾਇਆ ਜਾਵੇ। ਆਉਣ ਵਾਲੇ ਸਮੇਂ ਵਿੱਚ ਉਹਨਾਂ ਨਾਲ ਧੱਕਾ ਨਾ ਹੋਵੇ। ਜੋ ਸਾਡੇ ਨਾਲ 2007 ਤੋਂ ਲੈ ਕੇ 2012 ਤੱਕ ਸਾਡੇ ਨਾਲ ਧੱਕਾ ਹੁੰਦਾ ਰਿਹਾ, ਉਸ ਟਾਈਮ ਸਾਡੀ ਜਥੇਬੰਦੀ ਨਹੀਂ ਨਾ ਹੋਣ ਕਾਰਨ ਅੱਜ ਸਾਡੀ ਜਥੇਬੰਦੀ ਆ। ਇਸ ਕਰਕੇ ਅਸੀਂ ਆਉਣ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਧੱਕਾ ਨਹੀਂ ਹੋਣ ਦੇਣਾਗੇ। ਅੱਜ ਦਾ ਇਹ ਗੱਲ ਹੈ। ਜਿਹੜੇ 28 ਡਰਾਈਵਰ ਨੇ ਉਹ ਕੱਚੇ ਨੇ? ਹਾਂਜੀ, ਔਰ ਸੋਰਸ ਦੇ, ਆਊਟ ਆਫ ਸੋਰਸ ਨੇ। ਹੋਰ ਸੋਰਸ ਦੇ ਆਏ ਨੇ ਔਰ 9100 ਰੁਪਏ ਉਹਨਾਂ ਦੀ ਤਨਖਾਹ ਜਿਹੜੀ ਉਹਨਾਂ ਨੇ ਬਕਰ ਕੀਤੀ ਹੈ। ਜਿਹੜੇ ਪੱਕੇ ਨੇ ਉਹਨਾਂ ਦੀ ਕਿੰਨੀ ਤਨਖਾਹ ਹੈ ਜੀ? ਨਹੀਂ, ਅਸੀਂ ਪੱਕੇ ਕੋਈ ਵੀ ਨਹੀਂ ਆ, ਅਸੀਂ ਸਭ ਔਰ ਸੋਰਸ ਆ, ਕੰਟਰੈਕਟ ਦੇ ਉੱਤੇ ਆ, ਠੇਕੇ ਦੇ ਉੱਤੇ ਆ। ਹਾਂਜੀ, ਉਹਨਾਂ ਦੀ ਜਿਹੜੀ ਕੰਟਰੈਕਟ ਪਹਿਲੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਦੀ 18000 ਰੁਪਏ ਤਨਖਾਹ ਹੈ। ਜਿਹੜੀ ਅੱਜ ਰੱਖੇ ਜਾ ਰਹੇ ਉਹਨਾਂ ਨੂੰ 9100 ਰੁਪਏ ਦੇ ਰੱਖਿਆ ਜਾ ਰਿਹਾ। ਜਿਹੜੀ ਹੜਤਾਲ ਹੈ ਅੱਜ ਦੇ ਦਿਨ ਵਾਸਤੇ ਕਿ ਅੱਗੇ ਵੀ ਹੜਤਾਲ ਜਾਰੀ ਰਹੂਗੀ? ਅੱਜ ਸ਼ਾਮ ਨੂੰ ਸਾਨੂੰ 4 ਵਜੇ ਮੀਟਿੰਗ ਮਿਲੀ ਹੋਈ ਆ ਔਰ ਸਾਡੇ ਜਥੇਬੰਦੀ ਨੇ ਇਹ ਫੈਸਲਾ ਲਿਆ ਵੀ ਜਦ ਤੱਕ ਮੀਟਿੰਗ ਹੋ ਨਹੀਂ ਜਾਂਦੀ ਤਦ ਤੱਕ ਹੜਤਾਲ ਨਹੀਂ ਚੁੱਕੀ ਜਾਊਗੀ। ਮੀਟਿੰਗ ਤੋਂ ਬਾਅਦ ਜੋ ਅਗਲਾ ਰਣਨੀਤੀ ਹੋਊਗੀ, ਜੋ ਸੈਂਟਰ ਪਾਰਟੀ ਕਾਲ ਦੇਊਗੀ, ਉਸ ਦੇ ਉੱਪਰ ਪਹਿਰਾ ਦਿੱਤਾ ਜਾਊਗਾ। ਜੇ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਗਲਾ ਕਦਮ ਤੁਹਾਡਾ ਕੀ ਹੋਊਗਾ? ਅਗਲਾ ਜੋ ਸੈਂਟਰ ਪਾਰਟੀ ਜੋ ਵੀ ਪ੍ਰੋਗਰਾਮ ਲੀਕ ਕਰੂਗੀ ਉਸ ਦੇ ਉੱਪਰ ਪਹਿਰਾ ਦਿੱਤਾ ਜਾਊਗਾ। ਕੋਈ ਰੋਡ ਬਿਲਕੁਲ ਇਹ ਰਿਪੋਰਟ ਤੁਸੀਂ ਦੇਖੀ ਕਿ ਕੀ ਕੁਝ ਕਹਿਣਾ ਹੈ ਪਨਬਸ ਤੇ ਜਿਹੜੇ PRTC ਕੰਟਰੈਕਟ
ਮੁਲਾਜ਼ਮ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ 9100 ਰੁਪਏ ਜਿਹੜਾ ਉਹਨਾਂ ਨੂੰ ਤਨਖਾਹ ਮਿਲਦੀ ਹੈ, ਜਿਸ ਦੇ ਵਿੱਚ ਜਿਹੜਾ ਘਰ ਚਲਾਉਣਾ ਵੀ ਔਖਾ ਹੈ, ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿਹੇ ਦੇ ਵਿੱਚ ਉਹ ਆਪਣੀ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਸਰਕਾਰ ਦੇ ਨਾਲ ਗੱਲਬਾਤ ਕਰ ਚੁੱਕੇ ਨੇ। ਸਰਕਾਰ ਨੇ ਉਹਨਾਂ ਨੂੰ ਜਿਹੜਾ ਕਿਹਾ ਵੀ, ਲੇਕਿਨ ਹੁਣ ਉਹਨਾਂ ਨੂੰ ਐਦਾਂ ਲੱਗ ਰਿਹਾ ਕਿ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਹੈ। ਸਰਕਾਰ ਨੇ ਕਿਹਾ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਕਿਸੇ ਵੀ ਤਰੀਕੇ ਦਾ ਧਰਨਾ ਮੁਜ਼ਾਹਰਾ ਜਿਹੜਾ ਉਹ ਨਹੀਂ ਲੱਗੇਗਾ, ਠੇਕੇ ਤੇ ਕੋਈ ਵੀ ਜਿਹੜਾ ਹੈ ਉਹ ਨਹੀਂ ਰਹੇਗਾ, ਉਹਨੂੰ ਪੱਕਾ ਕੀਤਾ ਜਾਏਗਾ। ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਸਰਕਾਰ ਕੰਮ ਕਰ ਰਹੀ ਹੈ, ਉਹਨਾਂ ਨੂੰ ਲੱਗ ਰਿਹਾ ਆਪਣੇ ਆਪ ਨੂੰ ਉਹ ਠੱਗਿਆ ਵਾ ਮਹਿਸੂਸ ਕਰ ਰਿਹਾ। ਸਾਡੇ ਨਾਲ ਜਲੰਧਰ ਤੋਂ ਸਾਡੇ ਸਹਿਯੋਗੀ ਜਤਨ ਮਰਵਾਹਾ ਜੁੜੇ ਨੇ। ਜਤਨ, ਜਿਸ ਤਰੀਕੇ ਦੇ ਨਾਲ ਅੱਜ ਪ੍ਰਦਰਸ਼ਨ ਕੀਤਾ ਗਿਆ, ਖਾਸ ਕਰ ਕਿਉਂਕਿ ਇਹਨਾਂ ਦਾ ਜਿਹੜਾ ਸਿੱਧਾ ਸੰਬੰਧ ਹੈ ਸਰਕਾਰ ਦੇ ਨਾਲ ਹੈ, ਲੇਕਿਨ ਆਮ ਲੋਕਾਂ ਦਾ ਕੀ, ਉਹਨਾਂ ਨੂੰ ਕਿੰਨੀ ਕੀ ਪਰੇਸ਼ਾਨੀ ਹੋਈ? ਜੀ ਬਿਲਕੁਲ, ਇਹ ਗੱਲ ਕਰੀਏ ਕੱਲ ਹੀ ਦੁਪਹਿਰ ਦੇ ਵੇਲੇ ਇਹਨਾਂ ਪੀਐਨਪੀਸੀ ਦੇ ਪੀਆਰਟੀਸੀ ਬੱਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਕੱਲ ਜਿਹੜਾ ਅੱਜ ਦੇ ਦਿਨ ਜਿਹੜਾ ਪੂਰਾ ਬੱਸ ਸਟੈਂਡ ਡਿਪੂ ਜਿਹੜੇ ਬੰਦ ਰਹਿਣਗੇ। ਪੰਜਾਬ ਦੇ ਵਿੱਚ 18 ਜ਼ਿਲ੍ਹੇ ਦੇ ਵਿੱਚ ਬੱਸ ਸਟੈਂਡ ਡਿਪੂ ਜਿਹੜੇ, ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ, ਜਲੰਧਰ ਜ਼ਿਲ੍ਹੇ ਵਿੱਚ ਅਜੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਹਨਾਂ ਦਾ ਪ੍ਰੋਟੈਸਟ ਚੱਲਿਆ ਤੇ ਨਾਲ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ। 4 ਵਜੇ ਤੱਕ ਜਿਹੜੇ ਬੱਸਾਂ ਬਿਲਕੁਲ ਬੰਦ ਰਹਿਣਗੀਆਂ ਤੇ 4 ਵਜੇ ਤੋਂ ਬਾਅਦ ਉਹਨਾਂ ਦੀ ਮੀਟਿੰਗ ਸੀ, ਮੀਟਿੰਗ ਦਾ ਸਮਾਂ ਦਿੱਤਾ, ਮਿਲਣ ਦੀ ਆਸ ਸੀਗੀ। ਤੇ ਜੇ ਪੈਸੇਂਜਰਾਂ ਦੀ ਗੱਲ ਕਰੀਏ, ਪੈਸੇਂਜਰਾਂ ਦਾ ਕਹਿਣਾ ਕਿ ਸਾਡੀ ਜਿਹੜੀ ਸਰਕਾਰ ਹੈ, ਸਰਕਾਰ ਤੇ ਇਹਨਾਂ ਦੀ ਮੰਗਾਂ ਦੇ ਵਿੱਚ ਆਮ ਜਨਤਾ ਜਿਹੜੀ ਪਿਸਦੀ ਨਜ਼ਰ ਆਉਂਦੀ ਹਰ ਵਾਰੀ, ਤੇ ਆਮ ਜਨਤਾ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ। ਕਈ ਕਿਸੇ ਨੇ ਕਿਤੇ ਆਪਣੇ ਕੰਮ ਤੇ ਜਾਣਾ ਹੁੰਦਾ ਹੈ, ਕਿਸੇ ਘਰ ਜਾਣਾ ਹੁੰਦਾ। ਇਸ ਸਰਕਾਰ ਦੀਆਂ ਰਣਨੀਤੀਆਂ ਵਿੱਚ ਆਮ ਜਨਤਾ ਜਿਹੜੀ ਪਿਸ ਰਹੀ ਹੈ। ਕੀ ਹੋਇਆ ਜਤਨ, ਜਿਸ ਤਰੀਕੇ ਦੇ ਨਾਲ ਇਹਨਾਂ ਦੀ ਮੰਗਾਂ ਹੈ, ਉਹਨਾਂ ਵਿੱਚੋਂ ਇੱਕ ਜਿਹੜੀ ਹੈ ਵੱਡੀ ਚੀਜ਼ ਉਹਨਾਂ ਨੇ ਕਹੀ ਹੈ ਕਿ ਕਈ ਅਨਟ੍ਰੇਨਡ ਜਿਹੜੇ ਡਰਾਈਵਰ ਹੈ ਉਹਨਾਂ ਨੂੰ ਭਰਤੀ ਕੀਤਾ ਗਿਆ ਹੈ ਸਰਕਾਰ ਵੱਲੋਂ। ਜੀ ਬਿਲਕੁਲ, ਬੜੇ ਲੰਬੇ ਸਮੇਂ ਤੋਂ ਇਹੀ ਇਹਨਾਂ ਦੀ ਮੰਗ ਹੈ ਕਿ ਜਿਹੜੀ ਨਵੀਂ ਭਰਤੀ ਹੈ ਬੰਦ ਕੀਤੀ ਜਾਵੇ। ਜਿਹੜੀ ਪੁਰਾਣੀ ਭਰਤੀ ਹੈ, ਜਿਨ੍ਹਾਂ ਨੇ ਸਾਰਾ ਐਕਸਪੀਰੀਅੰਸ ਹੈਗਾ, ਉਹਨਾਂ ਨੂੰ ਰੱਖਣ ਦੀ ਬਜਾਏ ਜਿਹੜੀ ਅਨਟ੍ਰੇਨਡ ਭਰਤੀ ਹੈ, ਜਿਹੜੀ ਅੰਡਰ ਭਰਤੀ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ, ਉਹਨਾਂ ਦੀ ਜਿਹੜੀ ਭਰਤੀ ਜਿਹੜੀ ਬੰਦ ਕੀਤੀ ਜਾਵੇ। ਤੇ ਦੂਜੀ ਜਿਹੜੀ ਮੰਗ ਹੈ, ਜਿਹੜੇ ਵਿੱਚ ਬਟਾਲੇ ਦੇ ਵਿੱਚ ਜਿਹੜਾ ਬਹਾਲੀ ਨੂੰ ਲੈ ਕੇ ਜਿਹੜਾ ਡਰਾਈਵਰ ਯੂਨੀਅਨ ਦੇ ਬੰਦੇ ਜਿਹੜੇ ਉਹ ਟੈਂਕੀ ਤੋਂ ਚੜੇ ਸੀਗੇ, ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇੱਕ ਫੋਨ ਵੀ ਆਇਆ ਸੀ, ਆਸ਼ਵਾਸਨ ਵੀ ਦਿੱਤਾ ਗਿਆ ਸੀ। ਉਸ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਜਿਹੜਾ ਟੈਂਕੀ ਥੱਲੇ ਉਤਾਰਿਆ ਗਿਆ ਸੀ, ਬਟ ਹਜੇ ਵੀ ਉਹਨਾਂ ਨੂੰ ਸ਼ੱਕ ਹੈ ਕਿ ਇਨਕੁਆਇਰੀ ਦੇ ਵਿੱਚ ਕੋਈ ਨਾ ਕੋਈ ਗੜਬੜ ਹੈ ਤੇ ਉਹਨਾਂ ਦੀ ਮੰਗ ਹੈ ਕਿ ਇਨਕੁਆਇਰੀ ਕਿਸੇ ਹੋਰ ਕੋਲ ਬਿਠਾਈ ਜਾਵੇ। ਜੀ ਤੇ ਹੋਰ ਜਿਹੜਾ ਉੱਥੇ ਲੋਕ ਸੀਗੇ, ਕਿਉਂਕਿ ਤੁਸੀਂ ਲੋਕਾਂ ਨਾਲ ਨੂੰ ਵੀ ਪੁੱਛਿਆ ਹੋਣਾ, ਕਿੰਨੀ ਕੀ ਬੱਸਾਂ ਜਿਹੜੀ ਉੱਥੇ ਨਹੀਂ ਪਹੁੰਚੀਆਂ ਤੇ ਪ੍ਰਾਈਵੇਟ ਬੱਸਾਂ ਨੇ ਕਿੰਨਾ ਕਿ ਉਸ ਵੇਲੇ ਕਹੀਏ ਕਿ ਪੈਸੇਂਜਰਸ ਦਾ ਫਾਇਦਾ ਚੁੱਕਿਆ, ਕਿਉਂਕਿ ਇਹ ਉਹਨਾਂ ਦੇ ਲਈ ਮੌਕਾ ਹੁੰਦਾ ਹੈ ਪੈਸੇ ਬਣਾਉਣ ਦਾ ਵੀ ਕਹੀਏ ਜਾਂ ਬਿਜ਼ਨਸ ਜ਼ਿਆਦਾ ਆਪਣਾ ਗਰੋ ਕਰਨ ਦਾ। ਜੀ ਬਿਲਕੁਲ, ਗੱਲ ਕਰੀਏ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਸੀਗਾ ਜਲੰਧਰ ਦੇ ਵਿੱਚ, ਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਪ੍ਰਾਈਵੇਟ ਬੱਸਾਂ ਵੀ ਜਿਹੜੀਆਂ ਬਾਹਰ ਖੜੀਆਂ ਸੀ। ਉਸ ਤੋਂ ਬਾਅਦ ਪ੍ਰਾਈਵੇਟ ਬੱਸਾਂ ਜਿਹੜੀਆਂ 11 ਵਜੇ ਤੋਂ 1 ਵਜੇ ਤੋਂ ਬਾਅਦ ਜਿਹੜੀਆਂ ਬੱਸਾਂ ਅੰਦਰ ਗਈਆਂ, ਉਸ ਤੋਂ ਬਾਅਦ ਕਾਫੀ ਪੈਸੇਂਜਰਾਂ ਦਾ ਫਾਇਦਾ ਵੀ ਚੱਕਿਆ। ਜਿਹੜੇ ਪੈਸੇਂਜਰ ਸਰਕਾਰੀ ਬੱਸਾਂ ਸਫ਼ਰ ਕਰਨ ਵਾਲੇ, ਉਹ ਪ੍ਰਾਈਵੇਟ ਬੱਸਾਂ 'ਚ ਵੀ ਜਾਣ ਨੂੰ ਮਜਬੂਰ ਨੇ। ਉਹ ਕਹਿੰਦੇ ਜਿੰਨੇ ਸਾਡਾ ਖਰਚਾ ਸੀਗਾ, ਖਰਚਾ ਘੱਟ ਲੱਗਣਾ ਸੀ, ਹੁਣ ਪ੍ਰਾਈਵੇਟ ਬੱਸਾਂ 'ਚ ਜਾਣਾ ਪੈਣਾ, ਕਿਉਂਕਿ ਸਾਡੀ ਵੀ ਮਜਬੂਰੀ, ਆਪਾਂ ਆਪਣੇ ਘਰ ਪਹੁੰਚਣਾ, ਆਪਾਂ ਕੰਮਾਂ ਕਾਰਾਂ ਤੇ ਪਹੁੰਚਣਾ। ਪਲੱਸ ਜਿਹੜੀ ਸਰਕਾਰੀ ਬੱਸਾਂ ਸੀ ਉਹ 4 ਵਜੇ ਤੱਕ ਜਿਹੜੀ ਬਾਹਰ ਹੀ ਖੜੀਆਂ ਰੱਖੀਆਂ ਜਲੰਧਰ ਵਿੱਚ। ਜੀ ਬੋਲਿਆ। ਤੇ ਦੂਜਾ ਆਊਟਸੋਰਸ ਨੂੰ ਲੈ ਕੇ ਵੀ ਬਿਆਨ ਦਿੱਤਾ ਗਿਆ ਹੈ ਕਿ 28 ਜਿਹੜੇ ਹੈ ਆਊਟਸੋਰਸ ਤੇ ਜਿਹੜੇ ਬੱਸ ਡਰਾਈਵਰ ਹੈ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਸਰਕਾਰ ਵੱਲੋਂ, ਤੇ ਇਹ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਭਰਤੀ ਕੀਤਾ ਗਿਆ। ਇਸ ਚੀਜ਼ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਅਨਟ੍ਰੇਨਡ ਜਿਹੜੇ ਮੁਲਾਜ਼ਮ ਨੇ, ਡਰਾਈਵਰ ਨੇ ਜਾਂ ਕੰਡਕਟਰ ਨੇ, ਉਹਨਾਂ ਨੂੰ ਭਰਤੀ ਕਰ ਰਹੀ ਹੈ ਸਰਕਾਰ, ਪਰ ਜਿਹੜੇ ਪੁਰਾਣੇ ਜਿਹੜੇ ਜਿਨ੍ਹਾਂ ਨੂੰ ਨੌਲੇਜ ਹੈ, ਸਭ ਕੁਝ ਸਰ ਜਾਣਦੇ ਨੇ, ਉਹਨਾਂ ਦੀ ਭਰਤੀ ਜਿਹੜੀ ਰੋਕੀ ਗਈ ਹੈ। ਉਹਨਾਂ ਦੀ ਮੰਗ ਹੈ ਜਿਹੜੀ ਨਵੀਆਂ ਭਰਤੀਆਂ ਰੋਕੀਆਂ ਨੇ, ਪੁਰਾਣੀਆਂ ਭਰਤੀਆਂ ਜਿਹੜੇ ਬੰਦੇ ਦੀ ਨੌਲੇਜ ਹੈ ਉਹ ਪੁਰਾਣੇ ਬੰਦੇ ਦੀ ਜਿਹੜੀ ਭਰਤੀ ਕੀਤੀ ਜਾਵੇ। ਜੀ ਬਿਲਕੁਲ, ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਚੋਰ ਦਰਵਾਜ਼ੇ ਰਾਹੀਂ ਜਿਹੜੀ ਇਹ ਭਰਤੀ ਕੀਤੀ ਗਈ ਹੈ ਤੇ ਜਿਹੜੇ ਪੈਸੇਂਜਰਸ ਨੇ, ਜਿਹੜੇ ਯਾਤਰੀ ਨੇ, ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਪੈਦਾ ਕੀਤਾ ਗਿਆ ਇਸ ਤਰੀਕੇ ਦੇ ਨਾਲ ਜਦ ਭਰਤੀ ਕੀਤੀ ਜਾਂਦੀ ਹੈ। ਕਿਤੇ ਨਾ ਕਿਤੇ ਸਵਾਲ ਜ਼ਰੂਰ ਚੁੱਕੇ ਨੇ ਸਰਕਾਰ ਉੱਤੇ, ਲੇਕਿਨ ਕੀ ਲੱਗਦਾ ਹੈ ਹੁਣ 4 ਵਜੇ ਕਿਉਂਕਿ ਮੀਟਿੰਗ ਸ਼ੁਰੂ ਹੋ ਚੁੱਕੀ ਹੈ, ਫਿਲਹਾਲ ਮੀਟਿੰਗ ਜਿਹੜੀ ਹੈ ਚੱਲ ਰਹੀ ਹੈ, ਕੀ ਕੁਝ ਲੱਗਦਾ ਹੈ ਕਿ ਇਸ ਦਾ ਕੋਈ ਨਤੀਜਾ ਨਿਕਲੇਗਾ ਜਾਂ ਪਿਛਲੀ ਵਾਰ ਜਿਵੇਂ ਸਰਕਾਰ ਨੇ ਇੱਕ ਵਾਰੀ ਉਹਨਾਂ ਨੂੰ ਕਹਿ ਦਿੱਤਾ ਸੀ, ਟਾਲ ਦਿੱਤਾ ਸੀ, ਹੁਣ ਦੁਬਾਰਾ ਜਿਹੜਾ ਹੈ ਅਜਿਹਾ ਕੁਝ ਹੋਏਗਾ? ਤੇ ਕੀ ਕੁਝ ਕਹਿਣਾ ਸੀਗਾ ਕਿ ਜੇਕਰ ਸਰਕਾਰ ਇਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਅੱਗੇ ਦੀ ਕੀ ਰਣਨੀਤੀ ਰਹੇਗੀ? ਜੀ ਬਿਲਕੁਲ, ਉਹਨਾਂ ਦਾ ਕਹਿਣਾ ਸੀ ਕਿ ਜੇ 4 ਵਜੇ ਤੋਂ ਬਾਅਦ ਜਿਹੜਾ ਮੀਟਿੰਗ ਹੋਏਗੀ, ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ, ਕਿਉਂਕਿ ਅਕਸਰ ਦੇਖਿਆ ਗਿਆ ਜਿਹੜੀ ਮਰਜ਼ੀ ਸਰਕਾਰਾਂ ਹੋਣ, ਸਰਕਾਰਾਂ ਦੇ ਪਹਿਲੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਇਹਨਾਂ ਵੱਲੋਂ, ਪਰ ਸਰਕਾਰਾਂ ਵੱਲੋਂ ਆਸ਼ਵਾਸਨ ਦੇ ਕੇ ਉਹਨੂੰ ਉਠਾਇਆ ਜਾਂਦਾ। ਪਰ ਅੱਜ ਜਿਹੜੀ ਬੱਸ ਸਟੈਂਡ ਯੂਨੀਅਨ ਦੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਕਿ ਅੱਜ 4 ਵਜੇ ਤੋਂ ਬਾਅਦ ਮੀਟਿੰਗ ਦਾ ਕੋਈ ਹੱਲ ਨਿਕਲਦਾ ਜੇ ਠੀਕ ਹੈ, ਜੇ ਨਹੀਂ ਨਿਕਲਦਾ ਇਹਨਾਂ ਦਾ ਧਰਨਾ ਪ੍ਰਦਰਸ਼ਨ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਜਾਰੀ ਰਹੇਗਾ।
ਤੇ ਜਿਸ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਇਹਨਾਂ ਨੇ ਕਿਹਾ ਕਿ ਜਾਰੀ ਰੱਖਣਗੇ, ਕੀ ਹੁਣ ਅੱਗੇ ਦੀ ਰਣਨੀਤੀ ਤੁਹਾਨੂੰ ਕੀ ਲੱਗਿਆ ਕਿ ਚੰਡੀਗੜ੍ਹ ਆ ਕੇ ਹੀ ਪ੍ਰਦਰਸ਼ਨ ਕਰਨਗੇ ਜਾਂ ਪੂਰੇ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਹੋ ਸਕਦਾ ਹੈ, ਪੂਰੇ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਹੋਏਗਾ? ਇਹਨਾਂ ਦੇ ਪ੍ਰਧਾਨ ਨੇ ਤੇ ਇਹੀ ਕਿਹਾ ਸੀ ਜਿਹੜਾ 4 ਵਜੇ ਤੋਂ ਬਾਅਦ ਜਿਹੜਾ ਮੀਟਿੰਗ ਦਾ ਜੋ ਸਿੱਟਾ ਨਿਕਲਦਾ ਉਸ ਤੋਂ ਬਾਅਦ ਜਿਹੜਾ ਆਪਣੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਹੜੇ 18 ਜ਼ਿਲ੍ਹੇ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੇ ਪਰਸਨਲ ਯੂਨੀਅਨ ਜਿਹੜੇ ਡਿਪੂ ਪਰ ਬੰਦ ਰੱਖ ਕੇ ਸਾਰੀਆਂ ਬੱਸਾਂ ਰੱਖ ਕੇ ਬੰਦ ਕਰਕੇ ਆਪਣੇ ਕਾਰੋਬਾਰ ਬੰਦ ਕਰਕੇ ਜਿਹੜੇ ਧਰਨਾ ਪ੍ਰਦਰਸ਼ਨ ਕਰਾਂਗੇ। ਜਤਿਨ, ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਲੇਕਿਨ ਪ੍ਰਦਰਸ਼ਨ ਸਿਰਫ ਇਹਨਾਂ ਦਾ ਨਹੀਂ ਹੈ, ਬਾਕੀ ਹੋਰ ਵੀ ਕਈ ਜਥੇਬੰਦੀਆਂ ਕਈਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਇਹ ਤਾਂ ਅਸੀਂ ਬੱਸ ਚਾਲਕਾਂ ਦੀ ਗੱਲ ਕਰ ਰਹੇ, ਲੇਕਿਨ ਹੋਰ ਵੀ ਕਈ ਅਜਿਹੇ ਜਥੇਬੰਦੀਆਂ ਨੇ, ਯੂਨੀਅਨ ਨੇ ਜਿਹੜੀ ਕਿ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ, ਪਰ ਸਰਕਾਰ ਨੇ ਕਿਹਾ ਸੀ ਕਿ ਕੋਈ ਧਰਨੇ ਪ੍ਰਦਰਸ਼ਨ ਨਹੀਂ ਲੱਗਣਗੇ ਜੇਕਰ ਸਾਡੀ ਸਰਕਾਰ ਬਣ ਗਈ ਤਾਂ। ਲੇਕਿਨ ਹੁਣ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਲੱਗ ਰਹੇ, ਕੀ ਲੱਗ ਰਿਹਾ ਹੈ ਕਿ ਸਰਕਾਰ ਦੇ ਪ੍ਰਤੀ ਲੋਕਾਂ ਦਾ ਕੀ ਕੁਝ ਉਹਨਾਂ ਦੀ ਰਾਏ ਬਣ ਰਹੀ ਹੁਣ ਸਰਕਾਰ ਦੇ ਪ੍ਰਤੀ? ਜੀ ਬਿਲਕੁਲ, ਆਮ ਆਦਮੀ ਪਾਰਟੀ ਸਰਕਾਰ ਸੱਤਾ ਤੇ ਆਉਣ ਤੋਂ ਪਹਿਲੇ ਕਾਫੀ ਵਾਅਦੇ ਕੀਤੇ ਸੀ, ਕਾਫੀ ਅਟਲ ਵਾਅਦੇ ਕੀਤੇ ਸੀਗੇ ਕਿ ਕੋਈ ਧਰਨਾ ਪ੍ਰਦਰਸ਼ਨ ਕਰੇਗਾ, ਜਿਹੜੇ ਸਰਕਾਰੀ ਮੁਲਾਜ਼ਮ ਹੋਣਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਸਾਹਮਣਾ ਨਹੀਂ ਕਰਨਾ ਪਏਗਾ, ਸਰਕਾਰ ਦੇ ਖਿਲਾਫ ਕੋਈ ਧਰਨਾ ਪ੍ਰਦਰਸ਼ਨ ਹੋਣਗੇ। ਪਰ ਜੋ ਹਾਲਾਤ ਚੱਲ ਰਹੇ ਤਸਵੀਰਾਂ ਕੁਝ ਹੋਰ ਬਿਆਨ ਕਰ ਰਹੀਆਂ, ਲਗਾਤਾਰ ਜਿਹੜੇ ਟੀਚਰ ਯੂਨੀਅਨ ਹੋ ਗਏ, ਹੋਰ ਯੂਨੀਅਨ ਹੋ ਗਈ, ਬੱਸ ਸਟੈਂਡ ਯੂਨੀਅਨ ਹੋ ਗਈ, ਇਹ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਸੱਤਾ ਜਾਣ ਤੋਂ ਪਹਿਲੇ ਕਾਫੀ ਵਾਅਦੇ ਕੀਤੇ ਹੋਏ ਸੀ, ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਆਪਣੇ ਵਾਅਦੇ ਤੋਂ ਜਿਹੜੀ ਖਰੀ ਉਤਰਦੀ ਨਹੀਂ ਦਿਖ ਰਹੀ। ਬਿਲਕੁਲ, ਵਾਅਦਾ ਖਿਲਾਫੀ ਦੀ ਜਿਹੜੀ ਹੈ ਲੋਕੀ ਕਹਿੰਦੇ ਨੇ ਕਿ ਸਰਕਾਰ ਨੇ ਵਾਅਦਾ ਖਿਲਾਫੀ ਕਰੀ ਹੈ, ਇਸ ਕਰਕੇ ਉਹਨਾਂ ਨੂੰ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ। ਬਹੁਤ ਬਹੁਤ ਧੰਨਵਾਦ ਜਤਿਨ ਸਾਡੇ ਨਾਲ ਜੁੜਨ ਦੇ ਲਈ। ਤੇ ਇਹ ਸਿਰਫ ਜਲੰਧਰ ਦੇ ਵਿੱਚ ਨਹੀਂ ਬਲਕਿ ਪੰਜਾਬ ਦੇ 18 ਜਿਹੜੇ ਜ਼ਿਲ੍ਹੇ ਹੈ, 18 ਜ਼ਿਲ੍ਹਿਆਂ ਦੇ ਬੱਸ ਡਿਪੂ ਹੈ, ਉੱਥੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ। ਉੱਥੇ ਲਗਾਤਾਰ ਲੋਕਾਂ ਨੂੰ ਖਾਸੀ ਪਰੇਸ਼ਾਨੀ ਆਈ ਕਿਉਂਕਿ ਲੋਕਾਂ ਨੂੰ ਉੱਥੇ ਸਰਕਾਰੀ ਬੱਸਾਂ ਨਹੀਂ ਮਿਲਿਆ ਤੇ ਲੋਕਾਂ ਨੂੰ ਜਿਹੜੀ ਹੈ ਉੱਥੇ ਪ੍ਰਾਈਵੇਟ ਬੱਸਿਸ ਵੀ ਬਹੁਤ ਮੁਸ਼ਕਿਲ ਤੋਂ ਮਿਲੀਆਂ। ਉਸ ਤੋਂ ਬਾਅਦ ਉਹਨਾਂ ਨੂੰ ਰੂਟ ਸਮਝ ਨਹੀਂ ਆਏ, ਖਾਸ ਕਰ ਜਿਹੜੇ ਵਿਦਿਆਰਥੀ ਪਹੁੰਚੇ ਸੀਗੇ ਕਿਉਂਕਿ ਸਕੂਲ ਹੁੰਦੇ ਬੱਚਿਆਂ ਦੇ ਤੇ ਉਹ ਜਿਹੜਾ ਆਪਣੇ ਸਕੂਲ ਤੋਂ ਆਪਣੀ ਥਾਂ ਤੇ ਜਾਣਾ ਚਾਹੁੰਦੇ ਸੀ, ਲੇਕਿਨ ਉਹਨਾਂ ਨੂੰ ਬੱਸਿਸ ਨਹੀਂ ਮਿਲੀ। ਕਈ ਲੋਕਾਂ ਨੇ ਵਿਆਹ ਤੇ ਜਾਣਾ, ਕਈ ਲੋਕਾਂ ਨੇ ਭੋਗ ਤੇ ਜਾਣਾ, ਕਿਉਂਕਿ ਹਰ ਇੱਕ ਕਿਸੇ ਦਾ ਬਹੁਤ ਜ਼ਰੂਰੀ ਕੰਮ ਹੁੰਦੇ ਤੇ ਉਹ ਅੱਜ ਨਹੀਂ ਹੋ ਪਾਏ। ਫਿਲਹਾਲ ਜਿਹੜੀ ਮੀਟਿੰਗ ਚੱਲ ਰਹੀ ਹੈ, ਮੀਟਿੰਗ ਦੇ ਵਿੱਚ ਕੀ ਕੁਝ ਨਿਕਲੇਗਾ ਇਹ ਤਾਂ ਖੈਰ ਥੋੜੀ ਦੇਰ 'ਚ ਹੀ ਪਤਾ ਲੱਗ ਜਾਏਗਾ ਕਿਉਂਕਿ ਸਰਕਾਰ ਦੇ ਲਈ ਵੀ ਇਹ ਧਰਨਾ ਉਹ ਅਫੋਰਡ ਨਹੀਂ ਕਰ ਸਕਦੇ ਇਸ ਵੇਲੇ, ਕਿਉਂਕਿ ਮੁੱਖ ਤੌਰ ਤੇ ਜਿਹੜੀ ਮੰਗ ਹੈ ਇਹਨਾਂ ਦੀ ਉਹ ਆਊਟਸੋਰਸ ਨੂੰ ਲੈ ਕੇ ਹੀ ਹੈ ਕਿ ਪੰਜਾਬ ਦੇ ਵਿੱਚ ਰੋਡਵੇਜ਼ ਪਨਬਸ ਕੰਟਰੈਕਟ ਯੂਨੀਅਨ ਦੇ ਵੱਲੋਂ ਜਿਹੜਾ ਸਰਕਾਰ ਦੇ ਖਿਲਾਫ ਉਹਨਾਂ ਨੇ ਪਹਿਲਾਂ ਵੀ ਮੋਰਚਾ ਖੋਲਿਆ ਸੀ, ਹੁਣ ਵੀ ਖੋਲਿਆ। ਕਰਮਚਾਰੀਆਂ ਨੇ ਕਈ ਥਾਵਾਂ ਤੇ ਜਿਹੜੇ 2 ਘੰਟੇ ਦੇ ਲਈ ਬੱਸ ਅੱਡੇ ਬੰਦ ਕਰ ਦਿੱਤਾ ਤੇ ਕਈ ਥਾਵਾਂ ਤੇ ਜਿਹੜਾ ਹੈ ਕਾਫੀ ਲੰਬੇ ਸਮੇਂ ਤੱਕ ਜਿਹੜਾ ਹੈ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਤੇ ਇਸੇ ਮੁੱਦੇ ਉੱਤੇ ਗੱਲਬਾਤ ਕਰਦੇ ਸਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਸਹਿਯੋਗੀ ਭਜਨ ਨੇ। ਭਜਨ, ਅੱਜ ਇਸ ਤਰੀਕੇ ਦੇ ਨਾਲ ਦੇਖਾ ਕਿ ਆਊਟਸੋਰਸ ਨੂੰ ਲੈ ਕੇ ਜਿਹੜੀ ਇੱਕ ਮੰਗ ਕਰ ਰਹੇ ਹੈ ਕਿ ਆਊਟਸੋਰਸ ਤੇ ਭਰਤੀ ਕੀਤੀ ਗਈ ਹੈ, ਇਸ ਨੂੰ ਚੈਲੰਜ ਕੀਤਾ ਹੈ, ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੈ, ਕਿ ਕੁਝ ਅੱਜ ਨਜ਼ਾਰਾ ਦੇਖਣ ਨੂੰ ਮਿਲਿਆ ਖਾਸ ਕਰ ਬੱਸ ਸਟੈਂਡਸ ਦੇ ਉੱਤੇ? ਜੀ ਪੂਜਾ ਜੀ, ਅੱਜ ਸ਼੍ਰੀ ਮੁਕਤਸਰ ਸਾਹਿਬ ਦਾ ਬੱਸ ਅੱਡਾ ਜਿਹੜਾ 12 ਵਜੇ ਤੱਕ ਪੂਰਾ ਪੂਰਨ ਤੌਰ ਤੇ ਉਹਨਾਂ ਨੇ ਬੰਦ ਰੱਖਿਆ ਹੈ। ਪਾਨ ਬੱਸ ਕੰਟਰੈਕਟ ਵਰਕ ਯੂਨੀਅਨ ਨੇ ਜਿਹੜਾ ਸੀਗਾ ਬੱਸ ਅੱਡੇ ਨੂੰ ਬੰਦ ਰੱਖਿਆ ਗਿਆ। ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੀ ਇਹ ਭਰਤੀ ਕੀਤੀ ਗਈ ਹੈ, ਕੁਝ ਡਰਾਈਵਰ ਰੱਖੇ ਗਏ ਨੇ, ਉਹਨਾਂ ਨੂੰ ਨਿਯਮਾਂ ਨੂੰ ਛਿੱਕੇ ਢੰਗ ਕੇ ਜਿਹੜੀ ਹੈ ਭਰਤੀ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਮੰਤਰੀ ਤੇ ਡਾਇਰੈਕਟਰ ਦਾ ਨੇ ਜਿਹੜੇ ਪੈਸੇ ਲੈ ਕੇ ਭਰਤੀ ਕੀਤੀ ਤੇ ਅਸੀਂ ਲੰਮੇ ਸਮੇਂ ਤੋਂ ਜਿਹੜੇ ਆ ਸੰਘਰਸ਼ ਕਰ ਰਹੇ ਹਾਂ, ਸਾਨੂੰ ਜਿਹੜਾ ਹੈਗਾ ਪੱਕੇ ਨਹੀਂ ਕੀਤਾ ਜਾ ਰਿਹਾ। ਤਾਂ ਉਹਨਾਂ ਕਿਹਾ ਕਿ ਸਰਕਾਰ ਨੇ ਜਦੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਕਿਹਾ ਸੀ ਕਿ ਕੋਈ ਵੀ ਜਿਹੜੀ ਹੈ ਕੱਚੀ ਭਰਤੀ ਨਹੀਂ ਕੀਤੀ ਜਾਊਗੀ, ਸਾਰੀ ਜਿਹੜੀ ਭਰਤੀ ਆ ਉਹ ਪੱਕੀ ਹੋਏਗੀ, ਪਰ ਹੁਣ ਸਾਨੂੰ ਜਿਹੜਾ ਅੱਖੋਂ ਪਰਖੋਂ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਜਿਹੜੇ ਡਰਾਈਵਰ ਰੱਖੇ ਗਏ ਨੇ ਉਹ ਬਿਨਾਂ ਕਿਸੇ ਟ੍ਰੇਨਿੰਗ ਤੋਂ ਉਹਨਾਂ ਦਾ ਕੋਈ ਜਿਹੜਾ ਟੈਸਟ ਨਹੀਂ ਲੈ ਗਿਆ। ਇਹ ਉਹਨਾਂ ਦਾ ਕਹਿਣਾ ਵੀ ਜਿਹੜਾ ਜਿਹੜੀਆਂ ਸਵਾਰੀਆਂ ਨੂੰ ਖਤਰਾ ਹੈਗਾ, ਜਿਹੜਾ ਕਿ ਜਿਹਨਾਂ ਨੂੰ ਟ੍ਰੇਨਿੰਗ ਵੀ ਹੈ ਨਹੀਂ ਚਲਾਉਣ ਦੀ, ਕੋਈ ਉਹਨਾਂ ਦਾ ਟੈਸਟ ਨਹੀਂ ਲੈ ਗਿਆ। ਨਾਲ ਹੀ ਅਸੀਂ ਦੱਸ ਦਈਏ ਕਿ ਜਿਹੜੇ ਸਵਾਰੀਆਂ ਸੀ ਅੱਜ ਬਹੁਤ ਪਰੇਸ਼ਾਨ ਹੋਈਆਂ, ਜਿਵੇਂ ਕੋਈ ਆਧਾਰ ਕਾਰਡ ਨਾਲ ਨੂੰ ਲੈ ਕੇ ਜਿਹੜੀਆਂ ਔਰਤਾਂ ਨੂੰ ਬੱਸ ਸਫ਼ਰ ਜਿਹੜਾ ਫ੍ਰੀ ਕੀਤਾ ਗਿਆ, ਤਾਂ ਬੜੇ ਦੂਰ ਦਰਾਡੇ ਲੋਕਾਂ ਨੇ ਜਾਣਾ ਸੀ ਤਾਂ ਲੋਕ ਬੜੇ ਪਰੇਸ਼ਾਨ ਹੋਏ। ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਸਰਕਾਰ ਨੂੰ ਇਹਨਾਂ ਦਾ, ਸਵਾਰੀਆਂ ਨੇ ਵੀ ਕਿਸੇ ਨੇ ਇਤਰਾਜ਼ ਦਿਆ ਜਿਹੜਾ ਵੀ ਇਹਨਾਂ ਨਾਲ ਹੱਲ ਕਰਨਾ ਚਾਹੀਦਾ ਹੈਗਾ, ਵੀ ਸਵਾਰੀਆਂ ਬਹੁਤ ਪਰੇਸ਼ਾਨ ਹੋਈਆਂ ਜਿਨ੍ਹਾਂ ਕੋਲ ਪੈਸੇ ਨਾਲ ਦੂਰ ਜਾਣਾ ਸੀਗਾ ਤਾਂ ਉਹ ਪ੍ਰਾਈਵੇਟ ਬੱਸਾਂ ਤੇ ਮਜਬੂਰ ਉਹਨਾਂ ਨੂੰ ਚੜ੍ਹਨਾ ਪਿਆ। ਭਜਨ, ਜੇਕਰ ਗੱਲ ਕੀਤੀ ਜਾਏ ਟਰਾਂਸਪੋਰਟ ਵਿਭਾਗ ਇੱਕ ਅਜਿਹਾ ਵਿਭਾਗ ਹੈ ਜਿਹੜਾ ਕਿ ਰੈਵਨਿਊ ਜਨਰੇਟ ਕਰਦਾ ਹੈ ਤੇ ਸਰਕਾਰ ਦੀ ਜਿਹੜੀ ਮਾਲੀ ਹਾਲਤ ਹੈ ਕਹੀਏ ਤੇ ਰੈਵਨਿਊ ਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਵਾਧਾ ਵੀ ਕਰਦਾ ਹੈ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਕਰੀਬਨ ਜਿਹੜੇ ਆਊਟਸੋਰਸ ਤੇ ਚੱਲ ਰਹੇ ਨੇ ਜਾਂ ਜਿਹੜੇ ਕੰਟਰੈਕਟ ਕਰਮਚਾਰੀ ਨੇ ਉਹ ਬਾਰ-ਬਾਰ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਨੇ। ਕੀ ਲੱਗਦਾ ਇਸ ਤਰੀਕੇ ਦੇ ਨਾਲ ਜੇਕਰ ਬੱਸਾਂ ਨਹੀਂ ਚੱਲੀਆਂ ਤੇ ਕੀ ਮਾਲੀ ਨੁਕਸਾਨ ਹੋਏਗਾ ਸਰਕਾਰ ਦਾ ਤੇ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਡੀਲ ਕਰਨਾ ਚਾਹੀਦਾ ਜਾਂ ਸਰਕਾਰ ਡੀਲ ਨਹੀਂ ਕਰ ਪਾ ਰਹੀ ਹੈ?
ਹਾਂਜੀ ਪੂਜਾ ਜੀ, ਬਹੁਤ ਵੱਡਾ ਉਹਨਾਂ ਨੇ ਵੀ ਦੱਸਿਆ ਜਿਹੜਾ ਹੈਗਾ, ਬਹੁਤ ਵੱਡਾ ਜਿਹੜਾ ਹੈਗਾ ਉਹ ਮਾਲੀ ਹਾਲਤ ਵਿੱਚ ਵੀ ਜਿਹੜੀ ਸਰਕਾਰ ਦਾ ਨੁਕਸਾਨ ਹੋ ਰਿਹਾ। ਪਹਿਲਾਂ ਹੀ ਜਿਹੜਾ ਹੈਗਾ ਉਹ ਆਧਾਰ ਕਾਰਡ ਨਾਲ ਸਵਾਰੀਆਂ ਮੁਫਤ ਜਾਣ ਨਾਲ ਜਿਹੜੀਆਂ ਔਰਤਾਂ ਨੂੰ ਮੁਫਤ ਸਫ਼ਰ ਸ਼ੁਰੂ ਕੀਤਾ ਹੈ, ਤਾਂ ਪਹਿਲਾਂ ਜਿਹੜੀ ਰੋਡਵੇ ਜਿਹੜੀ ਆ ਘਾਟੇ 'ਚ ਚੱਲ ਰਹੀ, ਤਾਂ ਜੇ ਜਦੋਂ ਧਰਨੇ ਲੱਗਦੇ ਨੇ, ਮੁਜ਼ਾਹਰੇ ਹੁੰਦੇ ਨੇ, ਤਾਂ ਬੱਸ ਅੱਡੇ ਬੰਦ ਕੀਤੇ ਜਾਂਦੇ, ਕਰੋੜਾਂ ਦਾ ਜਿਹੜਾ ਘਾਟਾ ਹੈਗਾ ਉਹ ਪੰਜਾਬ ਸਰਕਾਰ ਨੂੰ ਪੈਂਦਾ। ਤਾਂ ਉਹਨਾਂ ਨੇ ਵੀ ਇਹ ਅਪੀਲ ਕੀਤੀ ਕਿ ਸਰਕਾਰ ਜਿਹੜੀ ਹੈਗੀ ਆ, ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀਗੇ ਜਿਹੜੇ ਕੱਚੇ ਕਾਮਿਆਂ ਨੂੰ ਪਹਿਲਾਂ ਪੱਕਾ ਕੀਤਾ ਜਾਊਗਾ, ਤਾਂ ਸਾਨੂੰ ਪੱਕੇ ਕੀਤੇ ਜਾਵੇ, ਇਸ ਤਰ੍ਹਾਂ ਦੀ ਭਰਤੀ ਨਾ ਕੀਤੀ ਜਾਵੇ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਸਰਕਾਰ ਦੀ ਮਾਲੀ ਹਾਲਤ ਪਹਿਲਾਂ ਹੀ ਜਿਹੜੀ ਆ ਉਹ ਕਹਿੰਦੇ ਮਾੜੀ ਨੇ, ਪਰ ਜੇ ਹੋਰ ਵੀ ਜਿਹੜੀ ਆ ਮਾਲੀ ਹਾਲਤ ਰੋਡਵੇਜ਼ ਦੀ ਜਿਹੜੀ ਹੋ ਜਾਊਗੀ। ਇੱਕ ਤਨਖਾਹ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਤਨਖਾਹਾਂ ਬਹੁਤ ਘੱਟ ਨੇ, ਇਸ ਵਿੱਚ ਘਰ ਚਲਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਉਹਨਾਂ ਦਾ ਕਹਿਣਾ ਸੀਗਾ ਕਿ ਅੱਜ ਜਿਹੜਾ ਤਨਖਾਹਾਂ ਸਾਨੂੰ 8-10 ਹਜ਼ਾਰ ਤੇ ਲੰਬੇ ਸਮੇਂ ਤੋਂ 10-12 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ, ਤਾਂ ਕੁਝ ਇਹ ਵੀ ਗੱਲ ਆਈ ਸੀ ਕਿ ਕੁਝ ਜਿਹੜੇ ਸੀਗੇ ਕੱਚੇ ਕਾਮਿਆਂ ਨੂੰ ਜਿਹੜਾ ਕੋਈ ਘਪਲੇ ਦੇ ਵਿੱਚ ਕੁਝ ਟਿਕਟਾਂ ਨੂੰ ਲੈ ਕੇ ਪਕੜਿਆ ਗਿਆ ਸੀ। ਉਹ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਉਹ ਜਿਹੜੇ ਸਾਡੇ ਸਾਥੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਉਹ ਇਸ ਗੱਲ ਨੂੰ ਵੀ ਤਿਆਰ ਨੇ ਕਿ ਜੇਕਰ ਕੋਈ ਅਜਿਹਾ ਕੁਝ ਹੁੰਦਾ ਹੈ ਤਾਂ ਉਹਨਾਂ ਨੂੰ ਜੁਰਮਾਨਾ ਲਾ ਕੇ ਜਿਹੜਾ ਛੱਡ ਦਿੱਤਾ ਜਾਵੇ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇੱਕ ਮਾਲੀਆ ਵੀ ਇਕੱਠਾ ਹੁੰਦਾ। ਜੇ ਕੋਈ ਕਨੈਕਟਰ ਜਾਂ ਡਰਾਈਵਰ ਪਕੜਿਆ ਜਾਂਦਾ ਤਾਂ ਉਹ 50 ਗੁਣਾ ਜਿਹੜਾ ਜੁਰਮਾਨਾ ਦੇਣ ਨੂੰ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਤਿਆਰ ਹੈਗਾ। ਪਰ ਜਿਹੜਾ ਹੈਗਾ ਜਿਸ ਤਰ੍ਹਾਂ ਸਰਕਾਰ ਸਾਡੇ ਨਾਲ ਵਤੀਰਾ ਕਰ ਰਹੀ ਹੈ, ਤਾਂ ਉਹ ਬਹੁਤ ਹੀ ਜਿਹੜਾ ਹੈਗਾ ਉਹ ਮਾੜਾ ਵਤੀਰਾ ਸਰਕਾਰ ਦਾ। ਪਹਿਲਾਂ ਹੀ ਅਸੀਂ ਨਿਗੁਣੀਆਂ ਤਨਖਾਹਾਂ ਤੇ ਇਹ ਕੰਮ ਕਰ ਰਹੇ ਹਾਂ। ਜੀ ਪੂਜਾ, ਬਿਲਕੁਲ ਤਨਖਾਹਾਂ ਨੂੰ ਲੈ ਕੇ ਤੇ ਹੋਰ ਵੀ ਕਈ ਮੁੱਦੇ ਨੇ ਉਹਨਾਂ ਦੇ, ਤਨਖਾਹ ਦਾ ਤੇ ਹੈ ਹੀ ਹੈ, ਤੇ ਮੀਟਿੰਗ ਜ਼ਰੂਰ ਚੱਲ ਰਹੀ ਹੈ, ਤੇ ਮੀਟਿੰਗ ਦੇ ਵਿੱਚ ਦੇਖਣਾ ਹੋਏਗਾ ਆਖਿਰ ਕੀ ਕੁਝ ਨਿਕਲੇਗਾ। ਲੇਕਿਨ ਲਾਲਜੀਤ ਭੁੱਲਰ ਜਿਹੜੇ ਕਿ ਟਰਾਂਸਪੋਰਟ ਮਿਨਿਸਟਰ ਨੇ, ਉਹਨਾਂ ਨੇ ਪਿਛਲੇ ਦਿਨਾਂ ਇੱਕ ਐਲਾਨ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰਾਈਵੇਟ ਬੱਸਿਸ ਹੈ ਉਹ ਕਿਸੇ ਦੀ ਵੀ ਪ੍ਰਾਈਵੇਟ ਬੱਸਿਸ ਹੋਣ, ਉਹ ਜਿਹੜਾ ਹੈ ਚੰਡੀਗੜ੍ਹ ਐਂਟਰ ਨਹੀਂ ਕਰਨਗੇ। ਉਸ ਤੋਂ ਬਾਅਦ ਹੁਣ ਇਹ ਧਰਨਾ ਪ੍ਰਦਰਸ਼ਨ ਹੋ ਜਾਂਦਾ ਹੈ। ਇਹ ਦੋਨੋਂ ਫੈਸਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਇੱਕ ਪਾਸੇ ਸਰਕਾਰ ਜ਼ੋਰ ਦੇ ਰਹੀ ਹੈ, ਲੇਕਿਨ ਇੱਕ ਪਾਸੇ ਇਹਨਾਂ ਵੱਲੋਂ ਜਿਹੜਾ ਧਿਆਨ ਨਹੀਂ ਦੇ ਰਹੀ ਹੈ। ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਐਨਾਲਾਈਜ਼ ਕਰ ਸਕਦੇ ਹਾਂ ਅਸੀਂ ਭਜਨ? ਜੀ ਪੂਜਾ, ਜੇ ਦੇਖਿਆ ਜਾਵੇ ਤਾਂ ਬੜੇ ਲੰਮੇ ਸਮੇਂ ਤੋਂ ਜਿਹੜੀ ਇਹਨਾਂ ਦੀ ਮੰਗ ਹੈਗੀ ਹੈ, ਇਹ ਘੱਟੋ ਘੱਟ ਕਾਂਗਰਸ ਸਰਕਾਰ ਵੀ ਸੀ, ਅਕਾਲੀਆਂ ਸਰਕਾਰ ਤੋਂ ਵੀ ਇਹਨਾਂ ਦੀ ਮੰਗ ਹੈਗੀ ਸਾਨੂੰ ਜਿਹੜਾ ਹੈਗਾ, ਕਿਉਂਕਿ 10-12 ਸਾਲ ਤੋਂ ਜਿਹੜੇ ਕੱਚੇ ਹੀ ਆਊਟਸੋਰਸ ਤੇ ਜਿਹੜੇ ਆ ਕੰਮ ਕਰ ਰਹੇ ਨੇ, ਤਾਂ ਸਾਰੀਆਂ ਸਰਕਾਰਾਂ ਨੇ ਇਹਨਾਂ ਨਾਲ ਵਾਅਦੇ ਹੀ ਕੀਤੇ ਹਨ ਕਿ ਤੁਹਾਨੂੰ ਜਿਹੜਾ ਜਦੋਂ ਵੀ ਕੋਈ ਸਰਕਾਰ ਆਉਂਦੀ ਤਾਂ ਅਸੀਂ ਕੱਚੇ ਕਾਮਿਆਂ ਨੂੰ ਪੱਕੇ ਕਰਾਂਗੇ, ਚਾਹੇ ਹੋਰ ਵੀ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਕੱਚੇ ਕਾਮੇ ਕਰ ਰਹੇ ਹਨ। ਤਾਂ ਉਹਨਾਂ ਕਹਿ ਕੇ ਸਰਕਾਰ ਜਲਦੀ ਜਿਹੜਾ ਸਾਡਾ ਕੋਈ ਹੱਲ ਕਰੇ, ਨਹੀਂ ਤਾਂ ਅਸੀਂ ਜਿਹੜਾ ਅਗਲੇ ਤਿੱਖਾ ਸੰਘਰਸ਼ ਜਿਹੜਾ ਹੈਗਾ ਉਹ ਵਿੱਢਣ ਲਈ ਮਜਬੂਰ ਹੋਵਾਂਗੇ। ਬਿਲਕੁਲ ਪ੍ਰਦਰਸ਼ਨ ਹੋਰ ਤੇਜ਼ ਹੋ ਸਕਦਾ ਹੈ, ਲੇਕਿਨ ਫਿਲਹਾਲ ਅਸੀਂ ਦੇਖ ਲੈਂਦੇ ਹਾਂ ਕਿ ਆਖਿਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਉਸ ਵਿੱਚ ਕੀ ਕੁਝ ਨਿਕਲਦਾ। ਬਹੁਤ ਬਹੁਤ ਧੰਨਵਾਦ ਭਜਨ ਸਾਡੇ ਨਾਲ ਜੁੜਨ ਦੇ ਲਈ। ਸਾਡੇ ਸਹਿਯੋਗੀ ਜੁੜੇ ਸੀਗੇ ਜਿਹੜੇ ਕਿ ਗਰਾਊਂਡ ਤੇ, ਜਿਨ੍ਹਾਂ ਨੇ ਦੱਸਿਆ ਕਿ ਆਖਿਰ ਲੋਕਾਂ ਨੂੰ ਕਿੰਨੀ ਕੁ ਜ਼ਿਆਦਾ ਉੱਥੇ ਪਰੇਸ਼ਾਨੀ ਹੋਈ, ਖਾਸ ਕਰ ਮਹਿਲਾਵਾਂ ਨੂੰ ਖਾਸੀ ਪਰੇਸ਼ਾਨੀ ਹੋਈ, ਕਿਉਂਕਿ ਕਿਸੇ ਨੇ ਹਸਪੀਟਲ ਜਾਣਾ ਹੈ, ਕਿਸੇ ਨੇ ਜਿਹੜਾ ਹੈ ਕਿਸੇ ਭੋਗ ਤੇ ਜਾਣਾ, ਕਿਸੇ ਨੇ ਵਿਆਹ ਤੇ ਜਾਣਾ ਹੈ, ਤੇ ਅਜਿਹੇ ਦੇ ਵਿੱਚ ਟਰੈਵਲ ਕਰਨ ਦੇ ਲਈ ਖਾਸ ਕਰ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਟਰਾਂਸਪੋਰਟ ਕਹੀਏ, ਪਬਲਿਕ ਟਰਾਂਸਪੋਰਟ ਜਿਹੜਾ ਜ਼ਿਆਦਾ ਇਸਤੇਮਾਲ ਕਰਦੇ ਲੋਕੀ, ਤਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ। ਲੇਕਿਨ ਇਹ ਚੱਕਾ ਜਾਮ ਕਰਨ ਦੀ ਵਜ੍ਹਾ ਜਿਹੜੇ PRTC ਤੇ ਪਨਬਸ ਤੇ ਕੰਟਰੈਕਟ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਵਾਅਦਾ ਖਿਲਾਫੀ ਦੇ ਕਾਰਨ ਸਾਨੂੰ ਇਹ ਸਭ ਕਰਨਾ ਪੈ ਰਿਹਾ ਹੈ, ਸਾਡੀ ਮਜਬੂਰੀਆਂ ਇਸ ਕਰਕੇ ਸਾਨੂੰ ਇਹ ਸਭ ਕਰਨਾ ਪੈ ਰਿਹਾ, ਵਰਨਾ ਸਾਨੂੰ ਕੋਈ ਸ਼ੌਂਕ ਨਹੀਂ ਇਸ ਤਰੀਕੇ ਦੇ ਨਾਲ ਧਰਨਾ ਕਰਨ ਦਾ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਸ ਤਰੀਕੇ ਦੇ ਨਾਲ ਤਨਖਾਹ ਸਾਨੂੰ ਮਿਲਦੀ ਹੈ, ਇਹ ਤਨਖਾਹ ਬਹੁਤ ਘੱਟ ਨੇ। ਆਊਟਸੋਰਸ ਦੇ ਜਿਹੜੇ 28 ਚਾਲਕ ਰੱਖੇ ਨੇ ਉਹ ਅਨਟ੍ਰੇਨਡ ਨੇ, ਜਿਸ ਦੇ ਕਾਰਨ ਜਿਹੜਾ ਹੈ ਕੋਈ ਵੀ ਹਾਦਸਾ ਵਾਪਰ ਸਕਦਾ ਹੈ, ਤੇ ਸਰਕਾਰ ਇਸ ਹੋਰ ਕੋਈ ਧਿਆਨ ਨਹੀਂ ਦੇ ਰਹੀ ਹੈ। ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ। ਫਿਲਹਾਲ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ, ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦਾ ਕੀ ਕੁਝ ਅੱਗੇ ਹੱਲ ਨਿਕਲਦਾ ਹੈ, ਤੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ, ਕੀ ਸਰਕਾਰ ਇਸ ਦਾ ਕੋਈ ਹੱਲ ਕੱਢਦੀ ਹੈ, ਜਾਂ ਫਿਰ ਜਿਹੜੇ ਠੇਕਾ ਮੁਲਾਜ਼ਮ ਨੇ, ਜਿਹੜੇ ਕਿ ਪਨਬਸ ਤੇ PRTC ਠੇਕਾ ਮੁਲਾਜ਼ਮ ਨੇ, ਉਹ ਆਪਣੀ ਸਟ੍ਰਾਈਕ ਨੂੰ ਅੱਗੇ ਵਧਾਉਂਦੇ ਹੈ, ਆਪਣੇ ਚੱਕੇ ਜਾਮ ਨੂੰ ਅੱਗੇ ਵਧਾਉਂਦੇ ਹੈ, ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਹੋਰ ਜਿਹੜਾ ਹੈ ਪਰੇਸ਼ਾਨੀ ਹੋਵੇਗੀ, ਇਹ ਪਤਾ ਲੱਗੇਗਾ ਅੱਜ ਮੀਟਿੰਗ ਤੋਂ ਬਾਅਦ। ਫਿਲਹਾਲ ਅੱਜ ਦੇ ਲਈ ਇੰਨਾ ਹੀ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।